ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਡਾਕਟਰ ਦਰਸ਼ਨਜੋਤ ਕੌਰ ਮੋਹਾਲੀ ਤੋਂ। ਅੱਜ ਮੈਂ ਤੁਹਾਡੇ ਨਾਲ ਖੁਰਾਕ ਦੇ ਬਾਰੇ ਕੁਝ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜੇ ਅਸੀਂ ਖੁਰਾਕ ਠੀਕ ਲਵਾਂਗੇ ਤਾਂ ਸਾਡੀ ਸਿਹਤ ਠੀਕ ਰਹੇਗੀ ਅਤੇ ਬਿਮਾਰੀਆਂ ਤੋਂ ਵੀ ਸਾਡਾ ਬਚਾਅ ਹੁੰਦਾ ਰਹੇਗਾ। ਇਸ ਲਈ ਖੁਰਾਕ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਸਾਨੂੰ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ। ਸੰਤੁਲਿਤ ਦਾ ਮਤਲਬ ਹੁੰਦਾ ਹੈ ਬੈਲੈਂਸਡ ਡਾਈਟ, ਜਿਸ ਦੇ ਵਿੱਚ ਸਾਰੇ ਨਿਊਟਰੀਐਂਟਸ ਹੋਣ ਅਤੇ ਪ੍ਰੋਪਰ ਰੇਸ਼ੋ ਦੇ ਵਿੱਚ ਵੀ ਹੋਣ। ਸਾਰੇ ਨਿਊਟਰੀਐਂਟਸ ਸਾਨੂੰ ਜ਼ਿੰਦਗੀ ਦੇ ਵਿੱਚ ਜ਼ਰੂਰੀ ਚਾਹੀਦੇ ਹੁੰਦੇ ਹਨ, ਤਾਂ ਹੀ ਸਾਡੀ ਸਿਹਤ ਠੀਕ ਰਹਿ ਸਕਦੀ ਹੈ। ਜੇ ਕੋਈ ਖਾਸ ਇੱਕ ਤੱਤ ਵੱਧ ਜਾਂ ਘੱਟ ਜਾਂਦਾ ਹੈ ਤਾਂ ਸਰੀਰ ਦੇ ਵਿੱਚ ਬਿਮਾਰੀ ਪੈਦਾ ਹੋ ਜਾਂਦੀ ਹੈ। ਬਹੁਤ ਸਾਰੀਆਂ ਬਿਮਾਰੀਆਂ ਹਨ ਜੋ ਕਿ ਖੁਰਾਕ ਦੇ ਨਾਲ ਸੰਬੰਧਿਤ ਹਨ। ਵੈਸੇ ਵੀ ਬਿਮਾਰੀਆਂ ਦੇ ਨਾਲ ਲੜਨ ਦੀ ਸਮਰੱਥਾ ਤਾਂ ਹੀ ਸਾਡੀ ਵੱਧਦੀ ਹੈ ਜੇ ਅਸੀਂ ਠੀਕ ਖੁਰਾਕ ਠੀਕ ਅਨੁਪਾਤ ਦੇ ਵਿੱਚ ਲਈਏ। ਬੈਲੈਂਸਡ ਡਾਈਟ ਦੇ ਵਿੱਚ ਲਗਭਗ 50 ਤੱਤ ਹੁੰਦੇ ਹਨ, ਜਿਨ੍ਹਾਂ ਦੇ ਵਿੱਚੋਂ 10 ਤੱਤ ਹਨ ਜੋ ਉਹਨਾਂ ਨੂੰ ਅਸੀਂ ਲੀਡਰ ਤੱਤ ਕਹਿੰਦੇ ਹਾਂ। ਇਹ ਜੋ ਲੀਡਰ ਤੱਤ ਹਨ, ਇਹਨਾਂ ਵਿੱਚੋਂ 3 ਮੁੱਖ ਹਨ: ਪ੍ਰੋਟੀਨਸ, ਕਾਰਬੋਹਾਈਡਰੇਟਸ ਅਤੇ ਫੈਟਸ। ਅਤੇ ਇਹਨਾਂ ਤੋਂ ਇਲਾਵਾ ਜੋ ਜ਼ਰੂਰੀ ਤੱਤ ਹਨ ਉਹ ਹਨ ਵਿਟਾਮਿਨ ਏ, ਵਿਟਾਮਿਨ ਸੀ, ਥਾਇਆਮੀਨ, ਰਾਈਬੋਫਲੇਵਿਨ, ਨਾਇਆਸੀਨ, ਕੈਲਸ਼ੀਅਮ ਅਤੇ ਆਇਰਨ। ਜਦੋਂ ਇਹ ਤੱਤ ਆ ਜਾਂਦੇ ਹਨ ਤਾਂ ਬਾਕੀ ਦੇ ਸਾਰੇ ਤੱਤ ਆਪਣੇ ਆਪ ਨਾਲ ਸੁਭਾਵਿਕ ਹੀ ਆ ਜਾਂਦੇ ਹਨ। ਉਹਨਾਂ ਲਈ ਸਾਨੂੰ ਉਚੇਚੇ ਤੌਰ 'ਤੇ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ। ਅਤੇ ਪ੍ਰੋਟੀਨ, ਫੈਟਸ ਅਤੇ ਕਾਰਬੋਹਾਈਡਰੇਟਸ ਤੋਂ ਇਲਾਵਾ ਜੋ ਬਾਕੀ ਤੱਤ ਹਨ ਉਹ ਸਾਨੂੰ ਦੁੱਧ, ਸਬਜ਼ੀਆਂ ਅਤੇ ਫਲਾਂ ਤੋਂ ਪ੍ਰਾਪਤ ਹੋ ਸਕਦੇ ਹਨ। ਇਸ ਕਰਕੇ ਜੋ ਸੰਤੁਲਿਤ ਖੁਰਾਕ ਹੈ ਉਸ ਦੇ ਵਿੱਚ ਮੋਟੇ ਤੌਰ 'ਤੇ ਜੇ ਅਸੀਂ ਕਹੀਏ ਤਾਂ ਪ੍ਰੋਟੀਨਸ, ਕਾਰਬੋਹਾਈਡਰੇਟਸ, ਫੈਟਸ, ਫਰੂਟਸ, ਵੈਜੀਟੇਬਲਸ ਐਂਡ ਮਿਲਕ, ਇਹਨਾਂ ਦੀ ਪ੍ਰੈਜ਼ੈਂਸ ਹੋਣੀ ਬਹੁਤ ਜ਼ਰੂਰੀ ਹੈ ਸਾਡੀ ਡੇਲੀ ਡਾਈਟ ਦੇ ਵਿੱਚ। ਤਾਂ ਹੀ ਸਾਡੀ ਡਾਈਟ ਜੋ ਹੈ ਉਹ ਬੈਲੈਂਸਡ ਹੋ ਸਕਦੀ ਹੈ। ਜੇ ਅਸੀਂ ਵਰਨੈਕੂਲਰ ਜਾਂ ਆਮ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਅਨਾਜ, ਫਲ, ਦੁੱਧ, ਸਬਜ਼ੀਆਂ, ਦਾਲਾਂ ਅਤੇ ਚਰਬੀ, ਇਹ ਸਾਰੀਆਂ ਚੀਜ਼ਾਂ ਡੇਲੀ ਡਾਈਟ ਵਿੱਚ ਇਨਕਲੂਡ ਕਰਨੀਆਂ ਚਾਹੀਦੀਆਂ ਨੇ ਅਤੇ ਇਹਨਾਂ ਨੂੰ ਪ੍ਰੋਪਰ ਅਨੁਪਾਤ ਦੇ ਵਿੱਚ ਲੈਣਾ ਚਾਹੀਦਾ ਹੈ। ਅਨਾਜ ਜੋ ਹੈ ਸਾਨੂੰ ਮਿਲਦਾ ਹੈ ਕਣਕ ਤੋਂ ਮਿਲ ਜਾਂਦਾ ਹੈ, ਚਾਵਲ ਤੋਂ, ਮੱਕੀ, ਜਵਾਰ ਆਦਿਕ ਚੀਜ਼ਾਂ ਤੋਂ ਮਿਲਦਾ ਹੈ। ਦੁੱਧ ਨੂੰ ਅਸੀਂ ਦੁੱਧ ਦੀ ਤੌਰ 'ਤੇ ਵਰਤ ਸਕਦੇ ਹਾਂ, ਦਹੀਂ ਲੈ ਸਕਦੇ ਹਾਂ, ਪਨੀਰ ਲੈ ਸਕਦੇ ਹਾਂ, ਕਸਟਰਡ ਬਣਾ ਸਕਦੇ ਹਾਂ, ਖੀਰ ਬਣਾ ਸਕਦੇ ਹਾਂ, ਜਾਂ ਕੋਈ ਹੋਰ ਤਰੀਕਾ ਜਿਸ ਦੇ ਨਾਲ ਸਾਡੇ ਸਰੀਰ ਦੇ ਅੰਦਰ ਦੁੱਧ ਜਾਂ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਜਾਣ, ਉਹ ਅਸੀਂ ਵਰਤ ਸਕਦੇ ਹਾਂ। ਇਸੇ ਤਰ੍ਹਾਂ ਜੋ ਸਬਜ਼ੀਆਂ ਹਨ ਉਹ ਅਸੀਂ ਬਣੀ ਹੋਈ ਸਬਜ਼ੀ ਲੈ ਸਕਦੇ ਹਾਂ, ਸਲਾਦ ਦੇ ਰੂਪ ਵਿੱਚ ਸਬਜ਼ੀ ਲੈ ਸਕਦੇ ਹਾਂ, ਸੂਪ ਲੈ ਸਕਦੇ ਹਾਂ। ਫਲ ਜਿਹੜਾ ਅਸੀਂ ਐਸ ਸੱਚ ਫਲ ਖਾ ਸਕਦੇ ਹਾਂ, ਸਲਾਦ ਬਣਾ ਸਕਦੇ ਹਾਂ ਜਾਂ ਜੂਸ ਦੀ ਤਰ੍ਹਾਂ ਲੈ ਸਕਦੇ ਹਾਂ। ਦਾਲਾਂ ਵੀ ਅਸੀਂ ਬਣਾ ਕੇ ਦਾਲਾਂ ਜਾਂ ਪੁੰਕਦੇ ਦਾਲਾਂ ਸੈਲਡ ਦੇ ਵਿੱਚ ਜਾਂ ਸਨੈਕਸ ਦੇ ਵਿੱਚ ਦਾਲਾਂ ਚਾਹ ਦੇ ਨਾਲ ਜਿਵੇਂ ਅਸੀਂ ਲੈ ਲੈਂਦੇ ਹਾਂ ਉਹ ਲੈ ਸਕਦੇ ਹਾਂ। ਅਤੇ ਚਰਬੀ ਜੋ ਹੈ ਸਾਨੂੰ ਸਪੈਸ਼ਲ ਭਾਵੇਂ ਅਸੀਂ ਨਾ ਵੀ ਲਈਏ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪ੍ਰਾਪਤ ਹੋ ਹੀ ਜਾਂਦੀ ਹੈ। ਜਿੰਨੀ ਕੁ ਸਾਨੂੰ ਲੋੜ ਹੁੰਦੀ ਹੈ ਉਨੀ ਕੁ ਸਾਨੂੰ ਚਰਬੀ ਇਹਨਾਂ ਚੀਜ਼ਾਂ ਦੇ ਵਿੱਚ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀ ਹੈ। ਇਨਵਿਜ਼ੀਬਲ ਫਾਰਮ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਥੋੜ੍ਹੀ ਬਹੁਤੀ ਫੈਟ ਹੁੰਦੀ ਹੈ। ਇਸ ਕਰਕੇ ਜਿਹੋ ਜਿਹਾ ਸਾਡਾ ਅੱਜ ਕੱਲ੍ਹ ਦਾ ਲਾਈਫ ਸਟਾਈਲ ਹੈ ਉਹਦੇ ਵਿੱਚ ਉਚੇਚੇ ਤੌਰ 'ਤੇ ਸਾਨੂੰ ਚਰਬੀ ਦੀ ਜਿਹੜੀ ਹੈ ਮਾਤਰਾ ਉਹ ਬਹੁਤ ਜ਼ਿਆਦਾ ਨਹੀਂ ਰੱਖਣੀ ਚਾਹੀਦੀ। ਅਤੇ ਇਸ ਤੋਂ ਇਲਾਵਾ ਜੇ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਕਿਸ ਅਨੁਪਾਤ ਵਿੱਚ ਲੈਣੀਆਂ ਨੇ, ਜਿਸ ਤਰ੍ਹਾਂ ਅਨਾਜ ਹੈ ਦਿਨ ਦੇ ਵਿੱਚ ਸਾਨੂੰ 3 ਜਾਂ 4 ਵਾਰ ਲੈਣਾ ਚਾਹੀਦਾ। ਜਿਵੇਂ ਕਿ ਅਸੀਂ ਸਵੇਰੇ ਬ੍ਰੇਕਫਾਸਟ ਦੇ ਵਿੱਚ ਰੋਟੀ ਖਾਂਦੇ ਹਾਂ, ਇਸੇ ਤਰ੍ਹਾਂ ਦੁਪਹਿਰ ਨੂੰ, ਰਾਤ ਨੂੰ
ਤੇ ਫਲ ਜਿਹੜਾ ਐਨੀ 2 ਫਰੂਟਸ ਡੇਲੀ ਲੈਣੇ ਚਾਹੀਦੇ ਨੇ। ਚਾਹੇ ਇੱਕੋ ਟਾਈਮ ਉੱਤੇ ਤੁਸੀਂ ਮਿਕਸਡ ਫਰੂਟ ਸੈਲਡ ਬਣਾ ਲਓ ਜਾਂ ਅਲੱਗ-ਅਲੱਗ ਫਰੂਟ, ਜਿਵੇਂ ਇੱਕ ਚੀਜ਼ ਸਵੇਰੇ ਲੈ ਲਈ ਤੇ ਇੱਕ ਸ਼ਾਮ ਨੂੰ ਲੈ ਲਈ। ਇਸੇ ਤਰ੍ਹਾਂ ਦੁੱਧ ਜਾਂ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਦਿਨ ਵਿੱਚ ਘੱਟ ਤੋਂ ਘੱਟ 2 ਵਾਰ ਲੈਣੀਆਂ ਚਾਹੀਦੀਆਂ ਨੇ। ਸਬਜ਼ੀਆਂ ਜਾਂ ਸਬਜ਼ੀਆਂ ਤੋਂ ਬਣੀ ਹੋਈ ਚੀਜ਼ ਜਿਸ ਤਰ੍ਹਾਂ ਸੂਪ ਵਗੈਰਾ ਵਿੱਚ ਇਨਕਲੂਡ ਕਰਕੇ ਦਿਨ ਵਿੱਚ 2 ਵਾਰ, ਦਾਲਾਂ ਵੀ ਦਿਨ ਵਿੱਚ 2 ਵਾਰ, ਅਤੇ ਚਰਬੀ ਜੋ ਹੈ ਮਿਨੀਮਲ, ਬਹੁਤ ਘੱਟ ਫੋਰਮ ਦੇ ਵਿੱਚ, ਅਮਾਊਂਟ ਦੇ ਵਿੱਚ ਲੈਣੀ ਚਾਹੀਦੀ ਹੈ। ਅਤੇ ਜੇ ਅਸੀਂ ਗੱਲ ਕਰੀਏ ਕੈਲੋਰੀਆਂ ਦੀ, ਕੈਲੋਰੀ ਹੁੰਦੀ ਹੈ ਜਿਹੜੀ ਸਾਡੀ ਫੂਡ ਦੇ ਵਿੱਚੋਂ ਸਾਨੂੰ, ਭੋਜਨ ਦੇ ਵਿੱਚੋਂ ਜਿਹੜੀ ਤਾਕਤ ਮਿਲਦੀ ਹੈ, ਉਸ ਨੂੰ ਜਦੋਂ ਅਸੀਂ ਮੈਜ਼ਰ ਕਰਦੇ ਹਾਂ ਤਾਂ ਉਸ ਨੂੰ ਅਸੀਂ ਕੈਲੋਰੀ ਕਹਿੰਦੇ ਹਾਂ। ਕੈਲੋਰੀ ਜੋ ਹੈ ਸਾਡੇ ਸਰੀਰ ਦੀ ਜੋ ਬਰਨ ਕਰਦੇ ਹਾਂ ਅਸੀਂ, ਮਤਲਬ ਜਿਹੜਾ ਕੰਮ ਕਰਦੇ ਹਾਂ ਉਹ ਅਸੀਂ ਆਪਣੀ ਕੈਲੋਰੀਜ਼ ਨੂੰ ਬਰਨ ਕਰਦੇ ਹਾਂ। ਜਿਹੜੀਆਂ ਕੈਲੋਰੀਜ਼ ਅਸੀਂ ਖਾਣੇ ਦੇ ਵਿੱਚੋਂ ਲੈਂਦੇ ਹਾਂ ਉਸ ਨੂੰ ਅਸੀਂ ਬਰਨ ਕਰਦੇ ਹਾਂ। ਜੇ ਅਸੀਂ ਨਹੀਂ ਬਰਨ ਕਰਦੇ ਤਾਂ ਵਾਧੂ ਕੈਲੋਰੀਆਂ ਜਿਹੜੀਆਂ ਹੁੰਦੀਆਂ ਨੇ ਉਹ ਚਰਬੀ ਵਿੱਚ ਤਬਦੀਲ ਹੋ ਜਾਂਦੀਆਂ ਨੇ ਅਤੇ ਫਿਰ ਬਾਡੀ ਦੇ ਵਿੱਚ ਸਟੋਰ ਹੋ ਜਾਂਦੀਆਂ ਨੇ। ਅਤੇ ਜਦੋਂ ਸਟਾਰਵੇਸ਼ਨ ਜਾਂ ਬਿਮਾਰੀ ਜਾਂ ਕੋਈ ਹੋਰ ਇਹੋ ਜਿਹਾ ਮੌਕਾ ਆਉਂਦਾ ਹੈ, ਜਿਵੇਂ ਵੋਮਿਟਿੰਗ ਹੋ ਗਈ ਜਾਂ ਕੁਛ ਹੋ ਗਿਆ, ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਹੋ ਗਈ, ਉਸ ਵੇਲੇ ਉਹ ਕੈਲੋਰੀਆਂ ਸਾਡੇ ਕੰਮ ਆਉਂਦੀਆਂ ਨੇ। ਇੱਕ ਕਿਸਮ ਨਾਲ ਇਹ ਸਾਡਾ ਸਟੋਰ ਹਾਊਸ ਹੁੰਦਾ ਹੈ। ਜੇ ਅਸੀਂ ਹੁਣ ਇਸ ਗੱਲ ਵੱਲ ਆਈਏ ਕਿ ਸਾਨੂੰ ਕੈਲੋਰੀਆਂ ਇੱਕ ਦਿਨ ਵਿੱਚ ਕਿੰਨੀਆਂ ਲੈਣੀਆਂ ਚਾਹੀਦੀਆਂ ਨੇ, ਤਾਂ ਉਹਨੂੰ ਜੇ ਅਸੀਂ ਕੈਲਕੂਲੇਟ ਕਰਨਾ ਹੋਵੇ ਤਾਂ ਸਾਨੂੰ ਆਪਣਾ ਲਾਈਫ ਸਟਾਈਲ ਦੇਖਣਾ ਪਏਗਾ। ਲਾਈਫ ਸਟਾਈਲ ਜੋ ਹੈ ਉਹ ਬੈਠਵਾਂ ਕਈਆਂ ਦਾ ਹੁੰਦਾ, ਕਈ ਹਲਕਾ ਕੰਮ ਕਰਦੇ ਨੇ, ਕੋਈ ਭਾਰੀ ਕੰਮ ਕਰਨ ਵਾਲੇ ਹੁੰਦੇ ਨੇ, ਸਖਤ ਕੰਮ ਕਰਨ ਵਾਲੇ ਹੁੰਦੇ ਨੇ। ਪਰ ਆਮ ਤੌਰ 'ਤੇ ਅੱਜ ਕੱਲ੍ਹ ਜੋ ਸਾਡਾ ਲਾਈਫ ਸਟਾਈਲ ਹੈ ਉਹਦੇ 'ਚ ਜਾਂ ਤਾਂ ਅਸੀਂ ਬੈਠੇ ਹੀ ਰਹਿੰਦੇ ਹਾਂ ਜਾਂ ਹਲਕਾ ਫੁਲਕਾ ਕੰਮ ਕਰਦੇ ਹਾਂ। ਇਸ ਕਰਕੇ ਜੇ ਤਾਂ ਸਾਡਾ ਲਾਈਫ ਸਟਾਈਲ ਹੈ ਜਿਸ ਤਰ੍ਹਾਂ ਸਾਰਾ ਦਿਨ ਅਸੀਂ ਆਫਿਸ ਵਿੱਚ ਬੈਠੇ ਰਹਿਣਾ, ਬੈਠ ਕੇ ਕੰਮ ਕਰਨਾ ਹੈ, ਬੈਂਕਾਂ ਵਿੱਚ ਜੋਬ ਹੈ, ਹੌਸਪੀਟਲ ਵਿੱਚ ਜੋਬ ਹੈ, ਆਫਿਸ ਵਿੱਚ ਜੋਬ ਹੈ, IT ਵਿੱਚ ਜੋਬ ਹੈ, ਸਾਰਾ ਦਿਨ ਅਸੀਂ ਕੰਪਿਊਟਰ ਦੇ ਅੱਗੇ ਬੈਠਣਾ ਹੈ, ਤਾਂ ਅਸੀਂ ਆਪਣੀ ਕੈਲਰੀ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਕੈਲਕੂਲੇਟ ਕਰਨ ਲੱਗਿਆਂ ਇਹ ਧਿਆਨ ਰੱਖਣਾ ਹੈ ਕਿ ਜੋ ਸਾਡਾ ਹਾਈਟ ਅਤੇ ਉਮਰ ਦੇ ਹਿਸਾਬ ਨਾਲ ਜੋ ਆਈਡੀਅਲ ਵੇਟ ਹੈ, ਆਦਰਸ਼ਕ ਵੇਟ ਹੈ ਕਿਲੋਗ੍ਰਾਮਸ ਦੇ ਵਿੱਚ, ਉਸ ਨੂੰ 30 ਦੇ ਨਾਲ ਮਲਟੀਪਲਾਈ ਕਰ ਦਿਓ। ਆਦਰਸ਼ਕ ਭਾਰ ਮਲਟੀਪਲਾਈਡ ਬਾਏ 30, ਆਦਰਸ਼ਕ ਭਾਰ ਇਨ ਕਿਲੋਗ੍ਰਾਮਸ। ਕਿਲੋਗ੍ਰਾਮਸ ਦੇ ਵਿੱਚ ਜਿਹੜਾ ਸਾਡਾ ਆਈਡੀਅਲ ਵੇਟ ਜਿਹੜਾ ਕਿ ਸਾਡਾ ਹੋਣਾ ਚਾਹੀਦਾ, ਕਈ ਵਾਰੀ ਸਾਡਾ ਘੱਟ ਜਾਂ ਵੱਧ ਹੁੰਦਾ ਹੈ, ਪਰ ਜਿੰਨਾ ਸਾਡਾ ਹੋਣਾ ਚਾਹੀਦਾ ਹੈ ਆਈਡੀਅਲ ਵੇਟ, ਉਸ ਨੂੰ ਜੇ ਅਸੀਂ 30 ਦੇ ਨਾਲ ਮਲਟੀਪਲਾਈ ਕਰੀਏ ਤਾਂ ਉਹ ਸਾਡੀ 24 ਘੰਟੇ ਦੀ ਕੈਲੋਰੀ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ। ਅਤੇ ਜੇ ਅਸੀਂ ਹਲਕਾ ਫੁਲਕਾ ਕੰਮ ਕਰਦੇ ਹਾਂ, ਜਿਸ ਤਰ੍ਹਾਂ ਘਰ ਦਾ ਕੰਮ ਕੀਤਾ, ਖਾਣਾ ਬਣਾਇਆ ਜਾਂ ਹੋਰ ਥੋੜ੍ਹੇ ਬਹੁਤੇ ਆਪਣਾ ਮਸ਼ੀਨ ਦੇ ਵਿੱਚ ਕੱਪੜੇ ਧੋ ਲਏ, ਇਸ ਤਰ੍ਹਾਂ ਦਾ ਮਤਲਬ ਅਸੀਂ ਹਲਕਾ ਕੰਮ ਕਰਦੇ ਹਾਂ ਜਿਹੜਾ ਸਰੀਰ ਉੱਤੇ ਬਹੁਤਾ ਜ਼ੋਰ ਨਹੀਂ ਪੈਂਦਾ, ਤਾਂ ਆਈਡੀਅਲ ਵੇਟ ਨੂੰ 35 ਦੇ ਨਾਲ ਮਲਟੀਪਲਾਈ ਕਰੋ। ਅਤੇ ਜੇ ਅਸੀਂ ਕੋਈ ਹੈਵੀ ਵਰਕ ਕਰਦੇ ਹਾਂ, ਜਿਸ ਤਰ੍ਹਾਂ ਕਿ ਮਜ਼ਦੂਰ ਹੁੰਦੇ ਨੇ ਜਾਂ ਜਿਸ ਤਰ੍ਹਾਂ ਹੋਰ ਹੱਥੀਂ ਕੰਮ ਕਰਨ ਵਾਲੇ ਹੁੰਦੇ ਨੇ, ਉਹਨਾਂ ਦੇ ਆਈਡੀਅਲ ਵੇਟ ਇਨ ਕਿਲੋਗ੍ਰਾਮਸ ਮਲਟੀਪਲਾਈਡ ਬਾਈ 40, ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਉਹ ਤੁਹਾਨੂੰ ਕੈਲਰੀ ਦੀ ਲੋੜ ਹੁੰਦੀ ਹੈ 24 ਘੰਟੇ ਦੇ ਵਿੱਚ। ਅਤੇ ਅਸੀਂ ਕੈਲਰੀ ਨੂੰ ਬ੍ਰੇਕਅਪ ਕਿਵੇਂ ਕਰਨੇ ਆ, ਅਸੀਂ ਕਿਸ ਤਰੀਕੇ ਨਾਲ ਕਿਸ ਟਾਈਮ 'ਤੇ ਕਿੰਨੀਆਂ ਕੈਲਰੀਜ਼ ਲੈਣੀਆਂ ਨੇ, ਇਹਦੇ ਵਾਸਤੇ ਆਪਾਂ ਨੇ ਇੱਕ ਮੁਹਾਵਰਾ ਵੀ ਸੁਣਿਆ ਹੈ ਕਿ ਈਟ ਬ੍ਰੇਕਫਾਸਟ ਲਾਈਕ ਅ ਕਿੰਗ, ਤਾਂ ਲੰਚ ਲਾਈਕ ਅ ਕਾਮਨ ਮੈਨ ਐਂਡ ਡਿਨਰ ਲਾਈਕ ਅ ਬੈਗਰ। ਭਾਵ ਕਹਿਣ ਦਾ ਇਹ ਹੈ ਕਿ ਬ੍ਰੇਕਫਾਸਟ ਦੇ ਵੇਲੇ ਤੁਹਾਡੀਆਂ ਕੈਲਰੀਜ਼ ਮੈਕਸੀਮਮ ਹੋਣੀਆਂ ਚਾਹੀਦੀਆਂ ਨੇ, ਲੰਚ ਵਿੱਚ ਉਸ ਤੋਂ ਘੱਟ ਅਤੇ ਡਿਨਰ ਵਿੱਚ ਉਸ ਤੋਂ ਵੀ ਘੱਟ। ਇਹ ਸਾਡੇ ਹੈਗੇ ਨੇ 3 ਮੇਜਰ ਮੀਲਸ ਜਿਹੜੇ ਹੁੰਦੇ ਨੇ, ਬ੍ਰੇਕਫਾਸਟ, ਲੰਚ ਐਂਡ ਡਿਨਰ। ਇਸ ਤੋਂ ਇਲਾਵਾ 2 ਮਾਈਨਰ ਮੀਲਸ ਹੁੰਦੇ ਨੇ, ਜਿਵੇਂ ਕਿ ਅਸੀਂ ਇਨ ਬਿਟਵੀਨ ਬ੍ਰੇਕਫਾਸਟ ਐਂਡ ਲੰਚ ਲੈਂਦੇ ਹਾਂ, ਕੋਈ ਸਨੈਕਸ ਲੈਣੀ ਹੈ ਜਾਂ ਫਰੂਟ ਲੈਣਾ। ਇਸੀ ਤਰ੍ਹਾਂ ਇਨ ਬਿਟਵੀਨ ਲੰਚ ਐਂਡ ਡਿਨਰ ਜਦੋਂ ਅਸੀਂ ਈਵਨਿੰਗ ਟੀ ਲੈਂਦੇ ਹਾਂ ਅਤੇ ਉਹਦੇ ਨਾਲ ਕੁਛ ਥੋੜ੍ਹਾ ਬਹੁਤਾ ਖਾਂਦੇ ਹਾਂ, ਇਹ ਹੈਗੇ ਨੇ ਮਾਈਨਰ ਮੀਲਸ। ਮੇਜਰ ਮੀਲਸ ਐਂਡ ਮਾਈਨਰ ਮੀਲਸ। ਐਂਡ ਮੈਨੀ ਟਾਈਮਸ ਇੰਡੀਆ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਜਿਵੇਂ ਰਿਵਾਜ ਹੈ ਕਿ ਰਾਤੀ ਸੌਣ ਲੱਗਿਆਂ ਅਸੀਂ ਦੁੱਧ ਪੀਂਦੇ ਹਾਂ ਅਤੇ ਸਵੇਰੇ ਉੱਠ ਕੇ ਅਸੀਂ ਲੈਮਨ ਟੀ ਜਾਂ ਲੈਮਨ ਜੂਸ ਜਾਂ ਚਾਹ ਦਾ ਕੱਪ ਰਸ ਲੈਂਦੇ ਹਾਂ। ਇਹ ਸਾਡੀ ਡੇਲੀ ਮਤਲਬ ਸਮਝੋ ਕਿ 5 ਤੋਂ 6 ਵਾਰੀ ਅਸੀਂ 24 ਘੰਟਿਆਂ ਦੇ ਵਿੱਚ ਖਾਂਦੇ ਹਾਂ। ਅਤੇ ਇਹ ਜਿਹੜੀਆਂ ਸਾਡੀਆਂ ਕੈਲਰੀਜ਼ ਹੈਗੀਆਂ ਨੇ, ਇਹਨਾਂ ਨੂੰ ਅਸੀਂ 5-6 ਹਿੱਸਿਆਂ ਦੇ ਵਿੱਚ ਡਿਵਾਈਡ ਕਰਨਾ ਹੈ।
ਹੁਣ ਜੇ ਮੰਨ ਲਓ ਕਿ ਆਦਰਸ਼ਕ ਭਾਰ ਜੋ ਹੈ ਆਮ ਜੋ ਅਸੀਂ ਕਹਿੰਦੇ ਹਾਂ ਕਿ ਐਡਲਟ ਫੀਮੇਲ ਦਾ ਹੈ 60 kg ਦੇ ਅਰਾਊਂਡ ਹੋਣਾ ਚਾਹੀਦਾ, ਜਿੰਨੀ ਕੁ ਹਾਈਟ ਇੰਡੀਅਨਸ ਦੀ ਹੁੰਦੀ ਹੈ, ਜਿਸ ਤਰ੍ਹਾਂ 5 feet 3 inches ਹੈ ਜਾਂ ਸਮਥਿੰਗ ਲਾਈਕ ਦੈਟ। ਅਤੇ ਉਹਦੇ ਨਾਲ ਅਸੀਂ ਜਦੋਂ ਕੈਲਕੂਲੇਟ ਕਰਦੇ ਹਾਂ ਅਤੇ ਜੇ 60 ਕਿਲੋ ਭਾਰ ਆਦਰਸ਼ਕ ਹੋਣਾ ਚਾਹੀਦਾ ਹੈ, ਉਹਨੂੰ 30 ਨਾਲ ਮਲਟੀਪਲਾਈ ਕਰੀਏ ਜੇ ਸਾਡਾ ਬੈਠਵਾਂ ਕੰਮ ਹੈ ਤਾਂ ਸਾਡੀ ਰਿਕੁਆਇਰਮੈਂਟ ਹੋ ਜਾਂਦੀ ਹੈ 1800 ਕਿਲੋ ਕੈਲਰੀ। ਹੁਣ 1800 ਕਿਲੋ ਕੈਲਰੀਜ਼ ਨੂੰ ਆਪਾਂ ਨੇ 5-6 ਹਿੱਸਿਆਂ ਵਿੱਚ ਡਿਵਾਈਡ ਕਰਨਾ ਹੈ। 5-6 ਹਿੱਸਿਆਂ ਵਿੱਚ ਡਿਵਾਈਡ ਅਸੀਂ ਕਿਵੇਂ ਕਰ ਸਕਦੇ ਹਾਂ? ਜਿਸ ਤਰ੍ਹਾਂ ਸਵੇਰੇ ਚਾਹ ਦਾ ਕੱਪ ਲਿਆ, ਰਸ ਲਿਆ, ਸਮਝੋ 100-150 ਕੈਲਰੀਜ਼ ਉਦੋਂ ਹੋ ਜਾਂਦੀਆਂ ਨੇ। ਫਿਰ ਤੁਸੀਂ 500 ਕੈਲਰੀਜ਼ ਬ੍ਰੇਕਫਾਸਟ ਵਿੱਚ ਲੈ ਲਓ, ਫਿਰ 100-150 ਕੈਲਰੀਜ਼ ਜਿਹੜੀਆਂ ਇਨ ਬਿਟਵੀਨ ਫਰੂਟ ਲੈ ਲਓ 11 ਵਜੇ, ਕੋਈ ਹੈ ਨਹੀਂ ਫਰੂਟ 100 ਕੁ ਕੈਲਰੀਜ਼ ਦਾ, ਜਿਸ ਤਰ੍ਹਾਂ ਇੱਕ ਕੇਲਾ ਹੁੰਦਾ। ਕੈਲਰੀ ਦੇ ਚਾਰਟ ਆਉਂਦੇ ਨੇ, ਹਰ ਇੱਕ ਚੀਜ਼ ਵਿੱਚ ਕਿੰਨੀਆਂ ਕੈਲਰੀਜ਼ ਨੇ ਇਹ ਤੁਹਾਨੂੰ ਨੈੱਟ ਤੋਂ ਵੀ ਚਾਰਟਸ ਮਿਲ ਜਾਂਦੇ ਨੇ, ਬੁੱਕਸ ਤੋਂ ਵੀ ਮਿਲ ਜਾਂਦੇ ਨੇ, ਅਤੇ ਜਿਹੜੀਆਂ ਨਿਊਟ੍ਰੀਸ਼ਨ ਵਾਲੀਆਂ ਇੰਸਟਰਕਸ਼ਨਸ ਹੁੰਦੀਆਂ ਨੇ, ਆਰਟੀਕਲਸ ਹੈ, ਉਹਨਾਂ ਵਿੱਚੋਂ ਵੀ ਮਿਲ ਸਕਦੇ ਨੇ, ਕਿਤਾਬਾਂ ਵਿੱਚੋਂ ਮਿਲ ਸਕਦੇ ਨੇ। ਕਿਸ ਵਿੱਚ ਕਿੰਨੀਆਂ ਕੈਲਰੀਜ਼ ਨੇ ਉਹ ਤੁਸੀਂ ਆਪਣੇ ਕੋਲ ਰੱਖੋ ਅਤੇ ਤੁਸੀਂ ਉਹਦੇ ਹਿਸਾਬ ਦੇ ਨਾਲ, ਜਿਸ ਤਰ੍ਹਾਂ ਤੁਸੀਂ ਫਰੂਟ ਲੈਣਾ, ਕੇਲਾ ਹੈ, ਐਵਰੇਜ ਕੇਲੇ ਦੇ ਵਿੱਚ 80 ਤੋਂ 100 ਕੈਲਰੀਜ਼ ਹੁੰਦੀਆਂ ਨੇ। ਇਨ ਬਿਟਵੀਨ ਜਿਵੇਂ 11 ਵਜੇ ਤੁਸੀਂ ਫਰੂਟ ਲੈ ਲਓ। ਫਿਰ ਤੁਸੀਂ ਲੰਚ ਲੈਣਾ ਹੈ। ਬ੍ਰੇਕਫਾਸਟ ਵਿੱਚ ਜਿਵੇਂ ਤੁਸੀਂ 500 ਕੈਲਰੀਜ਼ ਲਈਆਂ ਨੇ ਅਤੇ ਲੰਚ ਵਿੱਚ ਤੁਸੀਂ 400 ਕੈਲਰੀਜ਼ ਲੈ ਲਓ। ਇਸੇ ਤਰ੍ਹਾਂ ਫਿਰ ਸ਼ਾਮ ਨੂੰ ਚਾਹ ਦੇ ਨਾਲ ਥੋੜ੍ਹੇ ਬਹੁਤੇ ਸਨੈਕਸ ਲੈਣੇ ਨੇ, 150-200 ਕੈਲਰੀਜ਼ ਉਦੋਂ ਲੈ ਲਓ ਅਤੇ 300-350 ਕੈਲਰੀਜ਼ ਡਿਨਰ ਵਿੱਚ ਲੈ ਲਓ। ਫਿਰ ਰਾਤੀ ਸੌਣ ਲੱਗਿਆ ਜਿਹੜਾ ਦੁੱਧ ਪੀਣਾ ਹੈਗਾ, ਜਿਸ ਤਰ੍ਹਾਂ 150 ml ਦੁੱਧ ਪੀਤਾ, ਡਬਲ ਟੋਨਡ ਮਿਲਕ ਲੈ ਲਓ ਅਤੇ 100 ਕੈਲਰੀਜ਼ ਹੋ ਜਾਣਗੀਆਂ। ਇਸ ਤਰੀਕੇ ਦੇ ਨਾਲ ਅਸੀਂ ਆਪਣੀਆਂ ਜਿਹੜੀਆਂ ਕੈਲਰੀਜ਼ ਨੇ ਉਹਨਾਂ ਦੀ ਬ੍ਰੇਕਅਪ ਕਰ ਸਕਦੇ ਹਾਂ। ਆਪਣੀ ਸਹੂਲਤ ਦੇ ਹਿਸਾਬ ਨਾਲ ਅਸੀਂ ਜਿੰਨੀ ਵਾਰੀ ਖਾਂਦੇ ਹਾਂ ਉਹਦੇ ਵਿੱਚ ਉਨੀ ਵਾਰੀ ਡਿਵਾਈਡ ਕਰ ਦਿਓ। ਜੇ ਤੁਸੀਂ ਇਨ ਬਿਟਵੀਨ ਮੀਲਸ ਨਹੀਂ ਲੈਂਦੇ ਤਾਂ ਤੁਸੀਂ ਲੰਚ ਵਿੱਚ ਕੈਲਰੀਜ਼ ਵਧਾ ਸਕਦੇ ਹੋ। ਇਸ ਤਰੀਕੇ ਦੇ ਨਾਲ ਅਸੀਂ ਆਪਣੀ ਕੈਲਰੀ ਬ੍ਰੇਕਅਪ ਆਪ ਕਰਨੀ ਹੈ ਕਿ ਅਸੀਂ ਕਿੰਨੀ ਵਾਰੀ ਖਾਣਾ ਹੈ ਅਤੇ ਕਿਸ ਤਰੀਕੇ ਨਾਲ ਖਾਣਾ ਹੈ। ਬੇਸਿਕ ਪ੍ਰਿੰਸੀਪਲ ਇਹ ਹੈ ਕਿ ਬ੍ਰੇਕਫਾਸਟ ਵਿੱਚ ਸਭ ਤੋਂ ਜ਼ਿਆਦਾ ਕੈਲਰੀਜ਼ ਹੋਣ, ਲੰਚ ਵਿੱਚ ਉਸ ਤੋਂ ਘੱਟ ਅਤੇ ਡਿਨਰ ਵਿੱਚ ਸਭ ਤੋਂ ਘੱਟ। ਇਸ ਤਰ੍ਹਾਂ ਅਸੀਂ ਕੈਲਰੀ ਬ੍ਰੇਕਅਪ ਆਪਣੇ ਲਾਈਫ ਸਟਾਈਲ ਦੇ ਹਿਸਾਬ ਨਾਲ, ਜੇ ਸਾਡਾ ਹਲਕਾ ਕੰਮ ਹੈ ਤਾਂ ਫਿਰ 35 ਨਾਲ ਮਲਟੀਪਲਾਈ ਕਰਕੇ ਉਸ ਤਰੀਕੇ ਨਾਲ ਕਰ ਸਕਦੇ ਹਾਂ, ਅਤੇ ਜੇ ਸਾਡਾ ਬਹੁਤਾ ਹੈਵੀ ਵਰਕ ਹੈ ਤਾਂ 40 ਨਾਲ ਕਰਕੇ ਟੋਟਲ ਕੈਲਰੀਜ਼ ਅਸੀਂ ਬ੍ਰੇਕਅਪ ਕਰਕੇ ਲੈਣੀਆਂ ਹੁੰਦੀਆਂ ਹਨ। ਇਹ ਹੋ ਗਿਆ ਸਾਡੀ ਡੇਲੀ ਦੀ ਰਿਕੁਆਇਰਮੈਂਟ ਹੈ ਜੋ, ਅਤੇ ਡੇਲੀ ਦਾ ਆਪਣਾ ਕੈਲਰੀ ਅਸੀਂ ਬ੍ਰੇਕਅਪ ਕਿਵੇਂ ਕਰਨਾ ਹੈ। ਅਤੇ ਜੇ ਅਸੀਂ ਮੋਟੇ ਤੌਰ 'ਤੇ ਕਹੀਏ ਕਿ ਜਿਹੜੀਆਂ 1800 ਕੈਲਰੀਜ਼ ਨੇ ਆਮ ਜੋ ਇੰਡੀਅਨ ਖਾਣਾ ਹੈ, ਉਹਦੇ ਵਿੱਚ ਸਾਨੂੰ ਜੇ ਮੀਨੂ ਬਣਾਈਏ ਤਾਂ ਸਵੇਰੇ ਤੁਸੀਂ ਚਾਹ ਦਾ ਕੱਪ ਅਤੇ 1 ਜਾਂ 2 ਰਸ ਲੈ ਸਕਦੇ ਹੋ। ਫਿਰ ਉਸ ਤੋਂ ਬਾਅਦ ਮਿੱਸੀ ਰੋਟੀ ਦਹੀਂ ਨਾਲ ਖਾ ਲਓ ਅਤੇ 11 ਵਜੇ ਤੁਸੀਂ 1 ਜਾਂ 2 ਫਰੂਟ ਲੈ ਲਓ। ਫਿਰ ਤੁਸੀਂ ਉਸ ਤੋਂ ਬਾਅਦ ਲੰਚ ਦੇ ਵਿੱਚ 2 ਫੁਲਕੇ ਅਤੇ ਦਾਲ, ਸਬਜ਼ੀ, ਦਹੀਂ, ਸੈਲਡ ਲੈ ਲਓ ਅਤੇ ਫਿਰ ਸ਼ਾਮ ਨੂੰ ਚਾਹ ਦੇ ਨਾਲ ਥੋੜ੍ਹੇ 2 ਬਿਸਕੁਟ ਲਵੋਗੇ। ਅਤੇ ਫਿਰ ਜਦੋਂ ਰਾਤੀ ਖਾਣਾ ਖਾਣਾ ਤਾਂ 1.5 ਫੁਲਕਾ ਲੈ ਲਵੋ ਅਤੇ ਦਾਲ ਲੈ ਲਓ, ਦਹੀਂ ਲੈ ਲਓ, ਸੈਲਡ ਲੈ ਲਓ ਅਤੇ ਰਾਤੀ ਸੌਣ ਲੱਗਿਆ 150 ml ਮਿਲਕ ਲੈ ਲਓ। ਤਾਂ ਦੈਟ ਵਿਲ ਬੀ ਸਫੀਸ਼ੈਂਟ ਐਂਡ ਪ੍ਰੋਵਾਈਡਿੰਗ 1800 ਕੈਲਰੀਜ਼ ਔਨ ਐਨ ਐਵਰੇਜ। ਅਤੇ ਇਸ ਤਰੀਕੇ ਦੇ ਨਾਲ ਜੇ ਅਸੀਂ ਖਾਣਾ ਖਾਂਦੇ ਹਾਂ ਅਤੇ ਆਪਣਾ ਸੈਰ 2 ਜਾਂ 3 ਵਾਰੀ ਅੱਧਾ ਘੰਟਾ ਕਰ ਲੈਂਦੇ ਹਾਂ, ਚਾਹੇ ਅਸੀਂ ਸਲੋਲੀ ਵੀ ਕਰੀਏ। ਸਟੈਪ ਕਾਊਂਟਰ ਲੈ ਲਓ ਤੁਸੀਂ, ਜਿਹੜੀ ਅੱਜ ਕੱਲ੍ਹ ਰਿਸਟ ਬੈਂਡਸ 'ਤੇ ਆਉਂਦੇ ਹੈਗੇ ਨੇ, ਉਹਦੇ ਉੱਤੇ ਕਾਊਂਟ ਹੋ ਜਾਂਦਾ ਹੈ। ਅਤੇ 6000 to 9000 ਸਟੈਪਸ ਜੋ ਹੈ ਤੁਸੀਂ ਡੇਲੀ ਕਰੋ। 2 to 3000 ਸਟੈਪਸ ਵਿਦ ਈਚ ਮੇਜਰ ਮੀਲ ਕਰੋ ਅਤੇ ਫਿਰ ਜਿਹੜਾ ਤੁਸੀਂ ਖਾਧਾ ਹੁੰਦਾ ਉਹ ਤੁਹਾਨੂੰ ਪ੍ਰੋਪਰ ਹਜ਼ਮ ਹੋ ਜਾਂਦਾ ਹੈ। ਭਾਵ ਕਹਿੰਦਾ ਕਿ ਜੇ ਸਟੈਪ ਕਾਊਂਟਰ ਨਹੀਂ ਹੈ ਤਾਂ ਤੁਸੀਂ ਅੱਧਾ ਘੰਟਾ ਸੈਰ ਕਰ ਲਵੋ 2 ਵਾਰੀ ਅਤੇ 20 ਕੁ ਮਿੰਟ ਵਾਸਤੇ ਤੁਸੀਂ ਕੋਈ ਐਕਸਰਸਾਈਜ਼ ਹਲਕੀ ਹੁਲਕੀ ਕਰ ਲਵੋ। ਤਾਂ ਇਹਦੇ ਨਾਲ ਸਾਡੀ ਸਿਹਤ ਜਿਹੜੀ ਹੈ ਨਾ ਉਹ ਠੀਕ ਰਹੇਗੀ। ਅਤੇ ਹੁਣ ਕੁਛ ਇੱਕ ਅਸੂਲ ਨੇ ਜਿਹੜੇ ਕਿ ਆਪਾਂ ਮਤਲਬ ਫੋਲੋ ਕਰਨੇ ਨੇ। ਇਹ ਤਾਂ ਹੋ ਗਿਆ ਤੁਹਾਡਾ ਜਿਸ ਤਰ੍ਹਾਂ ਆਪਾਂ ਕੈਲਕੂਲੇਸ਼ਨ ਕੀਤੀ ਹੈ, ਅਤੇ ਬਾਕੀ ਤੁਹਾਨੂੰ ਮੈਂ ਦੱਸਿਆ ਕਿ ਸਾਨੂੰ ਜਿੰਨੇ ਤੱਤ ਚਾਹੀਦੇ ਨੇ ਇਹਨਾਂ ਵਿੱਚੋਂ ਮਿਲ ਜਾਣਗੇ। ਬਸ ਕੁਛ ਗੱਲਾਂ ਦੀ ਸਾਨੂੰ ਧਿਆਨ ਰੱਖਣ ਦੀ ਖਾਸ ਲੋੜ ਹੁੰਦੀ ਹੈ, ਉਹ ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਦੱਸਣਾ ਚਾਹੁੰਦੀ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਜੋ ਅਨਾਜ ਹੈ ਉਹ ਸਾਬਤ ਹੋਵੇ ਤਾਂ ਜ਼ਿਆਦਾ ਅੱਛਾ ਹੈ। ਜਿਸ ਤਰ੍ਹਾਂ ਆਪਾਂ ਕਣਕ ਦਾ ਆਟਾ ਲੈਂਦੇ ਹਾਂ ਤਾਂ ਉਹਦੇ 'ਚੋਂ ਛਾਣ ਨਾ ਕੱਢੋ। ਮੈਦੇ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ। ਸੂਜੀ ਦੇ ਵਿੱਚ ਵੀ ਫਾਈਬਰ ਹੁੰਦਾ ਹੈ, ਜਿਹੜਾ ਸਾਬਤ ਅਨਾਜ ਹੁੰਦਾ ਉਹਦੇ 'ਚ ਫਾਈਬਰ ਹੁੰਦਾ, ਜਿਸ ਨੂੰ ਅਸੀਂ ਰੇਸ਼ਾ ਪੰਜਾਬੀ 'ਚ ਕਹਿੰਦੇ ਹਾਂ। ਉਹ ਸਾਡੇ ਸਰੀਰ ਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ।
ਤੇ ਜੇ ਅਸੀਂ ਸਾਬਤ ਅਨਾਜ ਲਵਾਂਗੇ ਤੇ ਸਾਨੂੰ ਫਾਈਬਰ ਪ੍ਰੋਪਰ ਅਮਾਉਂਟ ਦੇ ਵਿੱਚ ਮਿਲਦਾ ਰਹਿੰਦਾ ਹੈ। ਇਸ ਫਾਈਬਰ ਦੇ ਵਿੱਚ ਵਿਟਾਮਿਨਸ ਵੀ ਹੁੰਦੇ ਹਨ। ਇਸੇ ਤਰ੍ਹਾਂ ਦਾਲਾਂ ਨੇ ਜਿਹੜੀਆਂ, ਧੋਤੀਆਂ ਦਾਲਾਂ ਵੀ ਆਉਂਦੀਆਂ ਨੇ, ਸਾਬਤ ਦਾਲਾਂ ਵੀ ਆਉਂਦੀਆਂ ਨੇ। ਇਹ ਨਹੀਂ ਕਿ ਧੋਤੀ ਦਾਲ ਆਪਾਂ ਬਿਲਕੁਲ ਖਾਣੀ ਨਹੀਂ, ਪਰ ਇਹ ਹੈ ਕਿ ਸਾਬਤ ਦਾਲਾਂ ਜਿਹੜੀਆਂ ਨੇ ਉਹ ਧੋਤੀਆਂ ਦਾਲਾਂ ਨਾਲੋਂ ਬਿਹਤਰ ਹੁੰਦੀਆਂ ਨੇ। ਇੱਕ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਅਸੀਂ ਧਿਆਨ 'ਚ ਰੱਖੀਏ। ਕਈ ਵਾਰੀ ਅਸੀਂ ਖੁਰਾਕ ਦੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਬਹੁਤ ਠੀਕ ਲੈਂਦੇ ਹਾਂ, ਪਰ ਫਿਰ ਵੀ ਡੈਫੀਸ਼ੀਐਂਟ ਹੁੰਦੀ ਹੈ। ਉਹ ਇਹਨਾਂ ਗੱਲਾਂ ਕਰਕੇ ਹੀ ਡੈਫੀਸ਼ੀਐਂਟ ਹੁੰਦੀ ਹੈ ਕਿ ਅਸੀਂ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ। ਇਸੇ ਤਰ੍ਹਾਂ ਜੇ ਅਸੀਂ ਦੇਖੀਏ ਕਿ ਆਪਾਂ ਹੁਣ ਜਿਹੜੀ ਚਰਬੀ ਲੈਣੀ ਹੈਗੀ ਹੈ, ਘਿਓ ਵੀ ਅਵੇਲੇਬਲ ਹੈ, ਤੇਲ ਵੀ ਅਵੇਲੇਬਲ ਹੈ। ਅਤੇ ਤੇਲ ਜਿਹੜਾ ਹੈਗਾ ਉਹ ਘਿਓ ਨਾਲੋਂ ਬਿਹਤਰ ਹੈ। ਕਿਉਂ ਬਿਹਤਰ ਹੈ? ਕਿਉਂਕਿ ਘਿਓ ਜਿਹੜਾ ਹੁੰਦਾ ਇਹਦੇ 'ਚ ਸੈਚੂਰੇਟਿਡ ਆਇਲਸ, ਸੈਚੂਰੇਟਿਡ ਫੈਟਸ ਜ਼ਿਆਦਾ ਹੁੰਦੀ ਹੈ, ਅਤੇ ਤੇਲ ਦੇ ਵਿੱਚ ਅਨਸੈਚੂਰੇਟਿਡ ਫੈਟਸ ਹੁੰਦੀਆਂ ਨੇ। ਹੁਣ ਅਨਸੈਚੂਰੇਟਿਡ ਫੈਟਸ ਨੂੰ ਕਈ ਵਾਰੀ ਹਾਈਡਰੋਜਨੇਟ ਕਰ ਲਿਆ ਜਾਂਦਾ ਹੈ ਤਾਂ ਕਿ ਉਸ ਦੀ ਕੰਸਿਸਟੈਂਸੀ ਨੂੰ ਸਖਤ ਕੀਤਾ ਜਾਏ, ਜਿਵੇਂ ਅੱਗੇ ਡਾਲਡਾ ਹੁੰਦਾ ਸੀ। ਜਾਂ ਕਈ ਐਸੇ ਤੇਲ ਹੁਣ ਆਉਂਦੇ ਨੇ, ਸਨਫਲਾਵਰ ਆਇਲ ਹੈ, ਹੋਰ ਇਸ ਤਰ੍ਹਾਂ ਦੇ ਆਇਲ ਹੈਗੇ ਨੇ ਜਿਹੜੇ ਅੱਜ ਕੱਲ੍ਹ, ਓਲੀਵ ਆਇਲ ਹੈ, ਕਈ ਇਸ ਤਰ੍ਹਾਂ ਦੇ ਆਇਲਸ ਹੈਗੇ ਨੇ ਕਈ ਤਰ੍ਹਾਂ ਦੇ ਤੇਲ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਹਾਈਡਰੋਜਨੇਸ਼ਨ ਵੀ ਕੀਤੀ ਹੁੰਦੀ ਹੈ। ਇਸ ਕਰਕੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਉਹ ਆਇਲਸ ਲਈਏ ਜਿਨ੍ਹਾਂ ਵਿੱਚ ਹਾਈਡਰੋਜਨੇਸ਼ਨ ਘੱਟ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ। ਤਾਂ ਦੇਸੀ ਘਿਓ ਜੋ ਹੈ ਉਹ ਅਸੀਂ ਥੋੜ੍ਹਾ ਬਹੁਤਾ ਲੈ ਸਕਦੇ ਹਾਂ। ਟੈਬੂ ਨਹੀਂ ਹੈ ਕਿ ਅਸੀਂ ਬਿਲਕੁਲ ਨਹੀਂ ਲੈਣਾ, ਕਿਉਂਕਿ ਸਾਡੀ ਬਾਡੀ ਦੇ ਵਿੱਚ ਓਮੇਗਾ 3 ਓਮੇਗਾ 6 ਫੈਟੀ ਐਸਿਡਸ ਦੀ ਰੇਸ਼ੋ ਪ੍ਰੋਪਰ ਹੋਣੀ ਚਾਹੀਦੀ ਹੈ। ਕਿਸੇ ਵਾਲੀ ਮੈਂ ਡਿਟੇਲ ਤੁਹਾਨੂੰ ਫੈਟਸ ਦੇ ਬਾਰੇ ਫਿਰ ਦੱਸਾਂਗੀ। ਅਤੇ ਬਸ ਮੈਂ ਮੋਟੇ ਤੌਰ 'ਤੇ ਇਹ ਦੱਸਣਾ ਚਾਹੁੰਦੀ ਹਾਂ ਕਿ ਘਿਓ ਦੇ ਨਾਲੋਂ ਤੇਲ ਚੰਗਾ ਹੁੰਦਾ ਹੈ। ਤਾਂ ਇਸ ਤੋਂ ਬਾਅਦ ਇਹ ਹੈ ਕਿ ਸਬਜ਼ੀਆਂ ਦਾ ਜੇ ਆਪਾਂ ਦੇਖੀਏ ਕੀ ਧਿਆਨ ਰੱਖਣਾ ਹੈ। ਇੱਕ ਤਾਂ ਇਹ ਹੈ ਕਿ ਸਬਜ਼ੀਆਂ ਨੂੰ ਜਦੋਂ ਅਸੀਂ ਛਿੱਲਣਾ ਹੈ ਤਾਂ ਉਹਨਾਂ ਦਾ ਛਿਲਕਾ ਜਿਹਾ ਪਤਲਾ ਉਤਾਰੋ। ਦੂਸਰਾ, ਜਦੋਂ ਅਸੀਂ ਉਹਨੂੰ ਧੋਂਦੇ ਹਾਂ ਤਾਂ ਛਿੱਲਣ ਤੋਂ ਪਹਿਲਾਂ, ਜੇ ਧੋਤੀ ਜਾ ਸਕਦੀ ਹੋਵੇ ਤਾਂ ਪਹਿਲਾਂ ਧੋਵੋ, ਜੇ ਨਹੀਂ ਤਾਂ ਛਿੱਲਣ ਤੋਂ ਪਿੱਛੋਂ ਅਸੀਂ ਧੋ ਦਿੰਦੇ ਹਾਂ ਅਤੇ ਫਿਰ ਉਸ ਨੂੰ ਥੋੜ੍ਹੇ ਜਿਹੇ ਪਾਣੀ ਵਿੱਚ ਧੋ ਕੇ ਰੱਖ ਦਿਓ। ਜੇ ਅਸੀਂ ਉਹਨੂੰ ਭਿਉਂ ਕੇ ਕੁਛ ਦੇਰ ਵਾਸਤੇ ਰੱਖਣਾ ਹੈ ਅਤੇ ਉਸ ਪਾਣੀ ਨੂੰ ਤੁਸੀਂ ਸੁੱਟੋ ਨਾ, ਸਾਫ਼ ਪਾਣੀ ਵਿੱਚ ਉਸ ਨੂੰ ਭਿਓਵੋ ਅਤੇ ਉਹਦੇ ਵਿੱਚ ਹੀ ਸਬਜ਼ੀ ਬਣਾਓ। ਫਿਰ ਸਬਜ਼ੀ ਬਣਾਉਣ ਲੱਗਿਆਂ ਸੋਡੇ ਦਾ ਇਸਤੇਮਾਲ ਘੱਟ ਕਰੋ, ਕਿਉਂਕਿ ਸੋਡਾ ਪਾਉਣ ਦੇ ਨਾਲ ਕਈ ਨਿਊਟਰੀਐਂਟਸ ਨਸ਼ਟ ਹੋ ਜਾਂਦੇ ਹਨ। ਅਤੇ ਇਹ ਸੀ ਸਬਜ਼ੀਆਂ ਦਾ ਧਿਆਨ ਕੀ ਰੱਖਣਾ ਹੈਗਾ। ਬਾਕੀ ਤੁਹਾਨੂੰ ਇਹ ਪਤਾ ਹੀ ਹੈ ਕਿ ਹਰੀਆਂ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਨੇ। ਮੇਥੀ ਵਿੱਚ ਕੈਲਸ਼ੀਅਮ ਹੁੰਦਾ ਹੈ, ਸ਼ਲਗਮ ਵਿੱਚ ਕੈਲਸ਼ੀਅਮ ਹੈ। ਸੀਜ਼ਨਲ ਸਬਜ਼ੀਆਂ ਜਿਹੜੀਆਂ ਨੇ ਉਹ ਖਾਣੀਆਂ ਜ਼ਿਆਦਾ ਬਿਹਤਰ ਹੁੰਦੀਆਂ ਨੇ, ਕਿਉਂਕਿ ਪਰਮਾਤਮਾ ਨੂੰ ਪਤਾ ਹੈ ਕਿ ਕਿਸ ਮੌਸਮ ਦੇ ਵਿੱਚ ਕਿਹੜੀ ਸਬਜ਼ੀ ਸਾਡੇ ਲਈ ਚੰਗੀ ਹੈ। ਹਰ ਜਗ੍ਹਾ ਦੇ ਉੱਤੇ ਹਰ ਇੱਕ ਤਰ੍ਹਾਂ ਦੀ ਸਬਜ਼ੀ ਨਹੀਂ ਪ੍ਰਾਪਤ ਹੁੰਦੀ। ਹਰ ਮੌਸਮ ਦੇ ਵਿੱਚ ਹਰ ਜਗ੍ਹਾ ਉੱਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਉਗਦੀਆਂ ਹਨ। ਉਹ ਸਾਡੀ ਲੋੜ ਦੇ ਮੁਤਾਬਕ ਹੀ ਪਰਮਾਤਮਾ ਜੀ ਨੇ, ਜਿੱਥੇ ਅਸੀਂ ਰਹਿੰਦੇ ਹਾਂ, ਜਿਹੜੀ ਚੀਜ਼ ਦੀ ਸਾਨੂੰ ਲੋੜ ਹੁੰਦੀ ਹੈ ਉਹ ਚੀਜ਼ ਉਹ ਉਗਾ ਦਿੰਦੇ ਨੇ। ਇਸ ਕਰਕੇ ਸਾਨੂੰ ਜਿਹੜੀਆਂ ਸੀਜ਼ਨਲ ਸਬਜ਼ੀਆਂ ਨੇ ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅਨਯੂਜੂਅਲ ਅਨਸੀਜ਼ਨਲ ਸਬਜ਼ੀਆਂ ਨੂੰ ਸਟੋਰ ਹਾਊਸ ਵਿੱਚੋਂ ਕਢਾ ਕੇ ਨਹੀਂ ਖਾਣਾ ਚਾਹੀਦਾ। ਉਹਦੇ 'ਚ ਫਿਰ ਨਿਊਟਰੀਐਂਟਸ ਇੱਕ ਤਾਂ ਨਸ਼ਟ ਹੋ ਜਾਂਦੇ ਨੇ, ਨਾਲੇ ਉਸ ਮੌਸਮ ਦੇ ਮੁਤਾਬਕ ਜਿਹੜੇ ਨਿਊਟਰੀਐਂਟਸ ਨੇ ਉਹ ਉਹਦੇ ਵਿੱਚ ਨਹੀਂ ਹੁੰਦੇ। ਹੁਣ ਜੇ ਅਸੀਂ ਦੇਖੀਏ ਕਿ ਫਲ ਹੈਗੇ ਨੇ, ਜਿਵੇਂ ਫਲਾਂ ਦਾ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਮਤਲਬ ਅਸੀਂ ਕਿਹੜਾ ਫਲ ਜ਼ਿਆਦਾ ਸਾਡੇ ਵਾਸਤੇ ਲੋੜੀਂਦਾ ਹੈ। ਜਿਵੇਂ ਆਮਲਾ ਹੈ, ਸੰਤਰਾ ਹੈ, ਅਮਰੂਦ ਹੈ, ਨਿੰਬੂ ਹੈ। ਇਹਨਾਂ ਵਿੱਚੋਂ ਕੋਈ ਨਾ ਕੋਈ ਇੱਕ ਫਰੂਟ ਰੋਜ਼ ਹੋਣਾ ਚਾਹੀਦਾ। ਕਿਉਂ? ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ। ਵਿਟਾਮਿਨ ਸੀ ਆਇਰਨ ਦੀ ਐਬਜ਼ੋਰਪਸ਼ਨ ਵਾਸਤੇ ਵੀ ਚਾਹੀਦਾ ਹੈ ਅਤੇ ਵਿਟਾਮਿਨ ਸੀ ਸਾਡੀ ਇਮਿਊਨਿਟੀ ਵਧਾਉਣ ਲਈ ਵੀ ਚਾਹੀਦਾ। ਇਸ ਲਈ ਇਹ ਧਿਆਨ ਰੱਖਿਆ ਜਾਵੇ ਕਿ ਜਦੋਂ ਅਸੀਂ ਫਲ ਲੈਣੇ ਨੇ ਅਤੇ ਇਹ ਨਹੀਂ ਕਿ ਵੀ ਇੱਕ ਕੇਲਾ ਲੈ ਲਿਆ ਅਤੇ ਇੱਕ ਅੰਬ ਲੈ ਲਿਆ। ਇੱਕ ਉਹਨਾਂ 'ਚੋਂ ਲਵੋ ਅਤੇ ਬਾਕੀ ਇੱਕ ਹੈ ਜਿਹੜੇ ਸਿਟਰਸ ਫਰੂਟਸ ਹੈਗੇ ਆ, ਜਿਸ ਤਰ੍ਹਾਂ ਆਮਲਾ, ਸੰਤਰਾ ਵਗੈਰਾ, ਇਹ ਲਾ ਲਓ। ਜੇ ਤੁਸੀਂ ਵੈਸੇ ਆਮਲਾ ਨਹੀਂ ਖਾ ਸਕਦੇ ਤਾਂ ਆਮਲੇ ਦਾ ਜੂਸ ਪਾਣੀ ਵਿੱਚ ਪਾ ਕੇ ਪੀ ਲਵੋ। ਤਾਂ ਇਹ ਤਾਂ ਹੋ ਗਿਆ ਫਲਾਂ ਬਾਰੇ। ਸਬਜ਼ੀਆਂ ਬਾਰੇ ਦੱਸ ਚੁੱਕੀ ਹਾਂ, ਅਨਾਜ ਦਾ ਦੱਸਿਆ ਤੁਹਾਨੂੰ ਜੋ ਸਿੰਪਲ ਜਿਹੇ ਪ੍ਰਿੰਸੀਪਲਸ ਹੈ। ਹੁਣ ਮੈਂ ਦਾਲ ਦਾ ਦੱਸਣ ਲੱਗੀ ਹਾਂ ਤੁਹਾਨੂੰ ਕਿ ਆਪਾਂ ਜੋ ਦਾਲਾਂ ਨੇ ਉਹ ਵੀ ਸਾਬਤ ਖਾਣੀਆਂ ਨੇ। ਅਤੇ ਇੱਕ ਆਮ ਨੋਸ਼ਨ ਬਣੀ ਹੋਈ ਹੈ ਕਿ ਜਿਹੜਾ ਨੋਨ ਵੈਜ ਫੂਡ ਹੈ ਉਹ ਜਿਹੜਾ ਜ਼ਿਆਦਾ ਬਿਹਤਰ ਹੈ ਪ੍ਰੋਟੀਨ ਪੁਆਇੰਟ ਆਫ ਵਿਊ ਤੋਂ। ਇਹ ਭਾਵੇਂ ਕੁਛ ਹੱਦ ਤੱਕ ਠੀਕ ਹੈ, ਪਰ ਇਹ ਨਹੀਂ ਕਿ ਜਿਹੜੇ ਵੈਜੀਟੇਰੀਅਨ ਹੈਗੇ ਨੇ ਉਹ ਆਪਣੀ ਰਿਕੁਆਇਰਮੈਂਟ ਪੂਰੀ ਨਹੀਂ ਕਰ ਸਕਦੇ। ਦਾਲਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਲਾਈਸੀਨ ਨਾਮ ਦਾ ਅਮਾਈਨੋ ਐਸਿਡ ਕਾਫੀ ਮਾਤਰਾ ਵਿੱਚ ਹੁੰਦਾ ਹੈ।
ਇੱਕ ਇੱਥੇ ਦੱਸਣਾ ਯੋਗ ਹੋਏਗਾ ਕਿ ਪ੍ਰੋਟੀਨਸ ਦੇ ਵਿੱਚ ਅਮਾਈਨੋ ਐਸਿਡਸ ਹੁੰਦੇ ਨੇ। ਉਹਨਾਂ ਵਿੱਚੋਂ ਕੁਝ ਅਸੈਂਸ਼ੀਅਲ ਅਮਾਈਨੋ ਐਸਿਡਸ ਨੇ ਜਿਹੜੇ ਕਿ ਸਾਡੀ ਬਾਡੀ ਵਿੱਚ ਬਣ ਨਹੀਂ ਸਕਦੇ ਤੇ ਸਾਨੂੰ ਬਾਹਰੋਂ ਹੀ ਲੈਣੇ ਪੈਂਦੇ ਹਨ। ਉਹਨਾਂ ਵਿੱਚੋਂ ਇੱਕ ਅਸੈਂਸ਼ੀਅਲ ਅਮਾਈਨੋ ਐਸਿਡ ਦਾ ਨਾਮ ਹੈ ਲਾਈਸੀਨ। ਇਹ ਸਾਨੂੰ ਦਾਲਾਂ ਵਿੱਚੋਂ ਬਹੁਤ ਅੱਛੀ ਮਾਤਰਾ ਵਿੱਚ ਪ੍ਰਾਪਤ ਹੋ ਜਾਂਦਾ ਹੈ, ਜਦੋਂ ਕਿ ਦਾਲਾਂ ਦੇ ਵਿੱਚ ਮਿਥਾਇਓਨੀਨ ਅਮਾਈਨੋ ਐਸਿਡ ਘੱਟ ਹੁੰਦਾ ਹੈ। ਅਤੇ ਇਹ ਜੋ ਮਿਥਾਇਓਨੀਨ ਅਮਾਈਨੋ ਐਸਿਡ ਹੈ ਇਹ ਵੀ ਅਸੈਂਸ਼ੀਅਲ ਅਮਾਈਨੋ ਐਸਿਡ ਹੈ। ਇਹ ਸਾਨੂੰ ਅਨਾਜ ਤੋਂ ਪ੍ਰਾਪਤ ਹੋ ਜਾਂਦਾ ਹੈ। ਅਤੇ ਸਾਡੇ ਜੋ ਟਾਈਮ ਟੈਸਟਡ ਜਿਸ ਤਰੀਕੇ ਦੇ ਨਾਲ ਅਸੀਂ ਖਾਣਾ ਖਾਂਦੇ ਹਾਂ, ਅਸੀਂ ਰੋਟੀ ਦੇ ਨਾਲ ਦਾਲ ਖਾਂਦੇ ਹਾਂ ਜਾਂ ਚਾਵਲਾਂ ਦੇ ਨਾਲ ਦਾਲ ਖਾਂਦੇ ਹਾਂ, ਖਿਚੜੀ ਖਾਂਦੇ ਹਾਂ, ਉਹਦੇ ਵਿੱਚ ਦਾਲ ਵੀ ਹੁੰਦੀ ਹੈ, ਚਾਵਲ ਵੀ ਹੁੰਦਾ ਹੈ। ਮਤਲਬ ਇਹ ਹੈ ਕਿ ਅਨਾਜ ਅਤੇ ਦਾਲਾਂ ਨੂੰ ਮਿਕਸ ਕਰਕੇ ਅਸੀਂ ਖਾਂਦੇ ਹਾਂ। ਕਿਉਂ ਮਿਕਸ ਕਰਦੇ ਹਾਂ? ਇਹ ਇੱਕ ਟਾਈਮ ਟੈਸਟਡ ਹੈ ਕਿ ਸਾਡੀ ਸਿਹਤ ਵਾਸਤੇ ਚੰਗੇ ਹਨ। ਕੱਲੀ ਦਾਲ ਖਾਓਗੇ ਤਾਂ ਵੀ ਡੈਫੀਸ਼ੀਐਂਸੀ ਹੋ ਜਾਏਗੀ ਅਤੇ ਕੱਲਾ ਅਨਾਜ ਖਾਓਗੇ ਫਿਰ ਵੀ ਨਹੀਂ ਠੀਕ। ਇਸ ਕਰਕੇ ਅਸੀਂ ਮਤਲਬ ਦਾਲ ਅਤੇ ਅਨਾਜ ਮਿਕਸ ਕਰਕੇ ਲੈਂਦੇ ਹਾਂ ਤਾਂ ਕਿ ਸਾਡੀ ਜੋ ਰਿਕੁਆਇਰਮੈਂਟ ਲਾਈਸਿਨ ਦੀ ਵੀ ਪੂਰੀ ਹੁੰਦੀ ਰਹੇ ਅਤੇ ਮਿਥਾਇਓਨੀਨ ਦੀ ਵੀ ਪੂਰੀ ਹੁੰਦੀ ਰਹੇ ਅਤੇ ਸਾਡੀ ਡਾਇਟ ਜੋ ਹੈ ਬੈਲੈਂਸ ਹੋ ਜਾਵੇ। ਜਦੋਂ ਅਸੀਂ ਇਹਨਾਂ ਅਸੂਲਾਂ ਦਾ ਧਿਆਨ ਰੱਖਦੇ ਹਾਂ, ਜਿਸ ਦਾ ਮਤਲਬ ਵੀ ਖਿਚੜੀ ਖਾਧੀ ਜਾਂ ਚਾਵਲ ਦਾਲ ਖਾਧੇ ਜਾਂ ਦਾਲ ਫੁਲਕਾ ਖਾਧਾ, ਤਾਂ ਫਿਰ ਜੋ ਸ਼ਾਕਾਹਾਰੀ ਜਾਂ ਵੈਜੀਟੇਰੀਅਨ ਫੂਡ ਹੈ ਉਹ ਸਾਨੂੰ ਪੂਰੇ ਤੱਤ ਪ੍ਰੋਵਾਈਡ ਕਰ ਦਿੰਦਾ ਹੈ। ਜੇਕਰ ਪ੍ਰੋਟੀਨਸ ਘੱਟ ਰਹਿ ਜਾਣ ਤਾਂ ਬੱਚੇ ਦੀ ਹਾਈਟ ਨਹੀਂ ਵੱਧਦੀ। ਜੇ ਪ੍ਰੈਗਨੈਂਟ ਲੇਡੀ ਜਾਂ ਗਰਭਵਤੀ ਔਰਤ ਦੇ ਵਿੱਚ ਪ੍ਰੋਟੀਨ ਦੀ ਕਮੀ ਰਹਿ ਜਾਂਦੀ ਹੈ ਤਾਂ ਬੱਚੇ ਦੇ ਸਿਰ ਦਾ ਘੇਰਾ, ਪੈਦਾ ਹੋਣ ਵਾਲੇ ਬੱਚੇ ਦਾ ਸਿਰ ਦਾ ਘੇਰਾ ਵੀ ਘੱਟ ਰਹਿ ਜਾਂਦਾ ਹੈ। ਇਸ ਕਰਕੇ ਜਦੋਂ ਅਸੀਂ ਵੈਜੀਟੇਰੀਅਨ ਫੂਡ ਲੈਂਦੇ ਹਾਂ ਤਾਂ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਦਾਲ ਦੇ ਨਾਲ ਅਸੀਂ ਅਨਾਜ ਵੀ ਲਈਏ। ਬਾਕੀ ਇਹ ਹੈ ਕਿ ਤੁਸੀਂ ਪਨੀਰ ਲੈ ਸਕਦੇ ਹੋ। ਪਨੀਰ ਦੈਟ ਇਜ਼ ਨਾਟ ਵੈਜੀਟੇਰੀਅਨ, ਐਨੀਮਲ ਓਰੀਜਨ ਹੈ। ਉਹਦੇ ਵਿੱਚੋਂ ਤੁਹਾਨੂੰ ਸਾਰੇ ਜਿਹੜੇ ਪ੍ਰੋਪਰ ਅਮਾਈਨੋ ਐਸਿਡਸ ਵਗੈਰਾ ਨੇ ਉਹ ਪ੍ਰਾਪਤ ਹੋ ਹੀ ਜਾਣਗੇ। ਹੁਣ ਅਸੀਂ ਇਹ ਹੈ ਕਿ ਚਾਵਲ ਵੀ ਖਾਣੇ ਅਤੇ ਕਣਕ ਵੀ ਖਾਣੀ ਹੈ। ਅਨਾਜ ਹੈ ਜਿਸ ਤਰ੍ਹਾਂ ਅਸੀਂ ਇਕੱਲੇ ਕਣਕ ਨਹੀਂ ਖਾਈ ਜਾਣੀ ਜਾਂ ਇਕੱਲੇ ਚਾਵਲ ਨਹੀਂ ਖਾਈ ਜਾਣੇ, ਕਿਉਂਕਿ ਜੇ ਅਸੀਂ ਇਕੱਲੇ ਚਾਵਲ ਹੀ ਖਾਈ ਜਾਵਾਂਗੇ ਤਾਂ ਸਾਨੂੰ ਇਹ ਯਾਦ ਰੱਖਣਾ ਪਏਗਾ ਕਿ ਚਾਵਲਾਂ ਦੇ ਵਿੱਚ ਥਾਇਆਮੀਨ ਨਾਮ ਦਾ ਵਿਟਾਮਿਨ ਘੱਟ ਹੁੰਦਾ ਅਤੇ ਫਿਰ ਜਿਹੜੇ ਸਿਰਫ ਚਾਵਲ ਹੀ ਖਾਂਦੇ ਨੇ, ਰੋਟੀ ਨਹੀਂ ਖਾਂਦੇ, ਉਹਨਾਂ ਵਿੱਚ ਥਾਇਆਮੀਨ ਦੀ ਕਮੀ ਹੋ ਜਾਂਦੀ ਹੈ। ਇਸ ਕਰਕੇ ਕਦੇ ਕਣਕ ਦੀ ਰੋਟੀ ਖਾ ਲਓ, ਕਦੇ ਮੱਕੀ ਦੀ ਰੋਟੀ ਖਾ ਲਓ, ਕਦੇ ਚਾਵਲ ਖਾ ਲਓ, ਬਦਲ ਬਦਲ ਕੇ ਲੈਣਾ ਚਾਹੀਦਾ ਹੈ। ਅਨਾਜ ਵੀ ਬਦਲ ਬਦਲ ਕੇ ਲੈਣੇ ਚਾਹੀਦੇ ਨੇ, ਦਾਲਾਂ ਵੀ ਬਦਲ ਬਦਲ ਕੇ ਲੈਣੀਆਂ ਚਾਹੀਦੀਆਂ ਨੇ। ਹਰ ਰੋਜ਼ ਅਲੱਗ ਮੀਨੂ ਹੋਣਾ ਚਾਹੀਦਾ ਹੈ ਤਾਂ ਸਾਨੂੰ ਸਾਰੇ ਨਿਊਟਰੀਐਂਟਸ ਜਿਹੜੇ ਨੇ ਉਹ ਮਿਲਦੇ ਰਹਿਣਗੇ। ਅਤੇ ਜੇ ਅਸੀਂ ਇੱਕੋ ਤਰ੍ਹਾਂ ਦਾ ਹੀ ਭੋਜਨ ਰੋਜ਼ ਖਾਈ ਜਾਵਾਂਗੇ ਜਾਂ ਇੱਕ ਸਬਜ਼ੀ ਬਣਾਈ ਉਹਦੇ ਨਾਲ ਹੀ ਸਾਰਾ ਦਿਨ ਗੁਜ਼ਾਰਾ ਕਰ ਲਿਆ ਤਾਂ ਸਾਨੂੰ ਕੋਈ ਨਾ ਕੋਈ ਡੈਫੀਸ਼ੀਐਂਸੀ ਹੋ ਜਾਏਗੀ। ਇੱਕ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਬਾਜ਼ਾਰ ਤੋਂ ਬਣਿਆ ਹੋਇਆ ਭੋਜਨ ਜਿਹੜਾ ਪ੍ਰੋਸੈਸਡ ਫੂਡ ਹੈ ਜਾਂ ਸਟੋਰਡ ਫੂਡ ਹੈ ਉਹਦੇ ਵਿੱਚ ਨਿਊਟਰੀਐਂਟਸ ਘੱਟ ਜਾਂਦੇ ਨੇ। ਇਸ ਲਈ ਜਿਹੜਾ ਪ੍ਰੀਪੇਅਰਡ ਫੂਡ, ਪ੍ਰੀਪੇਅਰਡ ਪਹਿਲਾਂ ਦਾ ਹੀ ਬਣਿਆ ਹੋਇਆ ਫੂਡ, ਪ੍ਰੀ ਕੁਕਡ ਫੂਡ ਹੈ, ਉਹ ਜੇ ਅਸੀਂ ਬਾਜ਼ਾਰੋਂ ਲਿਆ ਕੇ ਖਾਂਦੇ ਹਾਂ ਤਾਂ ਉਹਦੇ ਵਿੱਚ ਨਿਊਟਰੀਐਂਟਸ ਘੱਟ ਹੋਣਗੇ। ਇਸ ਲਈ ਘੱਟ ਤੋਂ ਘੱਟ ਬਾਜ਼ਾਰ ਤੋਂ ਬਣਿਆ ਹੋਇਆ ਭੋਜਨ ਲਿਆ ਕੇ ਖਾਇਆ ਜਾਏ ਅਤੇ ਆਪ ਬਣਾਓ, ਫਰੈਸ਼ ਖਾਓ। ਫਰਿੱਜ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਰੋਟੀ ਬਣਾਈ ਅਤੇ ਸਾਰਾ ਦਿਨ ਉਹੀ ਖਾਂਦੇ ਰਹਿ ਗਏ। ਇਸੀ ਤਰ੍ਹਾਂ ਤੁਸੀਂ ਜਿਹੜਾ ਹੈ ਕਿ ਬਹੁਤ ਠੰਡਾ ਨਹੀਂ ਖਾਣਾ, ਜਿਵੇਂ ਫਰਿੱਜ ਵਿੱਚੋਂ ਕੱਢਿਆ ਅਤੇ ਉਸੇ ਤਰ੍ਹਾਂ ਖਾ ਲਿਆ। ਫਿਰ ਬਾਰ ਫਰਿੱਜ ਵਿੱਚੋਂ ਕੱਢ ਕੇ ਉਹਨੂੰ ਗਰਮ ਨਾ ਕਰੋ, ਜਿੰਨੀ ਕੁ ਲੋੜ ਹੈ ਉਹਨਾਂ ਕੁ ਕੱਢੋ ਅਤੇ ਉਹਨੂੰ ਗਰਮ ਕਰਕੇ ਉਸੇ ਵੇਲੇ ਖਾ ਲਵੋ। ਤਾਂ ਫਿਰ ਫਰਾਈਡ ਫੂਡ ਜੋ ਹੈ ਉਹ ਬਹੁਤ ਘੱਟ ਖਾਣਾ ਚਾਹੀਦਾ ਹੈ। ਫਾਸਟ ਫੂਡ ਤਾਂ ਆਲਮੋਸਟ ਨੈਗਲੀਜੀਬਲ ਹੋਣਾ ਚਾਹੀਦਾ। ਪ੍ਰੋਸੈਸਡ ਫੂਡ ਦੇ ਵਿੱਚ ਤਾਂ ਕੋਈ ਨਿਊਟਰੀਐਂਟਸ ਖਾਸ ਹੁੰਦੇ ਹੀ ਨਹੀਂ, ਉਹਦੇ 'ਚ ਫੈਟ ਬਹੁਤ ਜ਼ਿਆਦਾ ਹੁੰਦੀ ਹੈ। ਅਤੇ ਬੇਹਾ ਭੋਜਨ, ਬਹੁਤਾ ਠੰਡਾ ਭੋਜਨ, ਜਿਵੇਂ ਮੈਂ ਕਿ ਤੁਹਾਨੂੰ ਦੱਸ ਚੁੱਕੀ ਹਾਂ, ਉਹ ਸਾਡੇ ਕਿਸੇ ਕੰਮ ਦਾ ਨਹੀਂ ਹੁੰਦਾ। ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਸੀਂ ਹਮੇਸ਼ਾ ਫਰੈਸ਼ ਫੂਡ ਖਾਓ। ਇੱਕ ਸਾਡੇ ਮਨ ਦੇ ਵਿੱਚ ਬਹੁਤ ਨੋਸ਼ਨ ਬੈਠੀ ਹੋਈ ਹੈ ਕਿ ਜਿਸ ਤਰ੍ਹਾਂ ਬਦਾਮ ਬੜੇ ਵਧੀਆ ਨੇ, ਹੁਣ ਕੋਈ ਗਰੀਬ ਹੈ ਨਹੀਂ ਅਫੋਰਡ ਕਰ ਸਕਦਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਉਹ ਬਦਾਮ ਨਹੀਂ ਖਾਂਦਾ ਅਤੇ ਉਹਨੂੰ ਤੱਤ ਪ੍ਰਾਪਤ ਨਹੀਂ ਹੋਣੇ। ਬਦਾਮ ਦੀ ਜਗ੍ਹਾ ਮੂੰਗਫਲੀ ਲਈ ਜਾ ਸਕਦੀ ਹੈ। ਆਪਣਾ ਆਰਥਿਕ ਸਤਰ ਦੇਖੋ, ਉਹਦੇ ਹਿਸਾਬ ਨਾਲ ਆਪਣਾ ਚੋਣ ਕਰੋ। ਗੁੜ ਲਾ ਲਓ, ਚੀਨੀ ਮਹਿੰਗੀ ਹੈ, ਗੁੜ ਲੈ ਲਓ। ਮਿੱਸੀ ਰੋਟੀ ਖਾਓ, ਗੁੜ ਲਓ, ਮੂੰਗਫਲੀ ਲਓ, ਜਿਹੜੇ ਆਮ ਲੋਕ ਜਿਹੜੇ ਨੇ ਅਫੋਰਡ ਕਰ ਸਕਦੇ ਨੇ। ਫਿਰ ਜਿਹੜੀ ਸੀਜ਼ਨਲ ਸਬਜ਼ੀਆਂ ਨੇ, ਗੋਭੀ ਹੈ ਜਿਸ ਤਰ੍ਹਾਂ, ਤਾਂ ਮੂਲੀ ਹੈ, ਸ਼ਲਗਮ ਹੈ,
ਇਹਨਾਂ ਦੇ ਜਿਹੜੇ ਪੱਤੇ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਵਿਟਾਮਿਨਸ ਹੁੰਦੇ ਨੇ। ਅਸੀਂ ਕੀ ਕਰਦੇ ਹਾਂ, ਪਹਿਲਾਂ ਹੀ ਲਾਹ ਕੇ ਸੁੱਟ ਦਿੰਦੇ ਹਾਂ। ਇਹਨਾਂ ਨੂੰ ਸੁੱਟਿਆ ਨਾ ਜਾਏ, ਚੰਗੀ ਤਰ੍ਹਾਂ ਧੋ ਕੇ ਭਾਵੇਂ ਇਹਨਾਂ ਦੀ ਭੁਰਜੀ ਬਣਾ ਲਓ ਜਾਂ ਇਹਨਾਂ ਨੂੰ ਸਾਗ ਵਿੱਚ ਪਾ ਲਓ। ਇਹ ਖਾਣੇ ਚਾਹੀਦੇ ਨੇ, ਇਹਨਾਂ ਵਿੱਚੋਂ ਸਾਨੂੰ ਕਈ ਤਰ੍ਹਾਂ ਦੇ ਵਿਟਾਮਿਨਸ ਪ੍ਰਾਪਤ ਹੁੰਦੇ ਨੇ। ਅਤੇ ਇਸ ਤਰੀਕੇ ਦੇ ਨਾਲ ਜੇ ਅਸੀਂ ਸੋਚ ਸਮਝ ਕੇ ਆਪਣਾ ਸਾਇੰਟੀਫਿਕ ਪ੍ਰਿੰਸੀਪਲਸ ਨੂੰ ਪਹਿਲਾਂ ਸਮਝ ਲਈਏ ਕਿ ਵੀ ਸਾਨੂੰ ਮਤਲਬ ਕਿਹੜੀ ਚੀਜ਼ ਕਿਵੇਂ ਖਾਣੀ ਚਾਹੀਦੀ ਹੈ, ਕਿੰਨੀ ਮਾਤਰਾ ਵਿੱਚ ਖਾਣੀ ਚਾਹੀਦੀ ਹੈ, ਅਤੇ ਅਸੀਂ ਆਪਣੀ ਡਾਇਟ ਨੂੰ ਕਿਵੇਂ ਬੈਲੈਂਸ ਕਰਨਾ ਹੈ, ਅਤੇ ਉਸ ਚੀਜ਼ ਦਾ ਅਗਰ ਅਸੀਂ ਧਿਆਨ ਰੱਖੀਏ ਅਤੇ ਸਿਹਤ ਦੇ ਜਿਹੜੇ ਮੁੱਢਲੇ ਅਸੂਲ ਹੈਗੇ ਨੇ ਉਹਨਾਂ ਨੂੰ ਵੀ ਫੋਲੋ ਕਰੀਏ, ਤਾਂ ਮੇਰਾ ਖਿਆਲ ਹੈ ਕਿ ਸਾਡੀ ਜੋ ਸਿਹਤ ਹੈ ਉਹ ਚੰਗੀ ਹੋ ਜਾਏਗੀ ਅਤੇ ਕਾਫੀ ਲੰਬੀ ਉਮਰ ਤੱਕ ਅਸੀਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ। ਆਪਾਂ ਦੇਖਿਆ ਕਈ ਵਾਰੀ ਪੁਰਾਣੇ ਬਜ਼ੁਰਗਾਂ ਨੂੰ, ਉਹ ਕਹਿੰਦੇ ਨੇ ਕਿ ਸਾਰੀ ਉਮਰ ਸਾਨੂੰ ਕੋਈ ਗੋਲੀ ਲੈਣ ਦੀ ਵੀ ਲੋੜ ਨਹੀਂ ਪਈ, ਸਿਰ ਦਰਦ ਦੀ ਵੀ ਅਸੀਂ ਗੋਲੀ ਨਹੀਂ ਲਈ। ਕਈਆਂ ਨੂੰ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੂੰ ਬੁਢਾਪੇ ਵਿੱਚ ਤੱਕ ਵੀ ਐਨਕ ਨਹੀਂ ਲੱਗਦੀ, ਉਹਨਾਂ ਦਾ ਆਈਸਾਈਟ ਦਾ ਬਿਲਕੁਲ ਪ੍ਰੋਪਰ ਹੁੰਦੀ ਹੈ, ਕਿਉਂਕਿ ਉਹਨਾਂ ਦੀ ਡਾਇਟ ਪ੍ਰੋਪਰ ਹੁੰਦੀ ਹੈ। ਜਿਸ ਤਰ੍ਹਾਂ ਗਾਜਰ ਹੈ, ਅੱਖਾਂ ਵਾਸਤੇ ਚੰਗੀ ਹੈ, ਵਿਟਾਮਿਨ ਏ ਉਹਦੇ 'ਚ ਹੁੰਦਾ ਹੈ, ਅਮਰੂਦ ਵਿੱਚ ਵਿਟਾਮਿਨ ਏ ਹੁੰਦਾ ਹੈ। ਤਾਂ ਉਹਨਾਂ ਦੀ ਨੈਚੁਰਲ ਜੋ ਸੁਭਾਅ ਹੈ ਖਾਣ ਪੀਣ ਦਾ, ਉਹਦੇ ਵਿੱਚ ਇਹ ਚੀਜ਼ਾਂ ਪਹਿਲਾਂ ਹੀ ਹੁੰਦੀਆਂ ਹਨ। ਇਸ ਕਰਕੇ ਉਹਨਾਂ ਦੀਆਂ ਅੱਖਾਂ ਠੀਕ ਰਹਿੰਦੀਆਂ ਨੇ। ਨੱਕ, ਕੰਨ, ਅੱਖਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਆਪਣੀ ਲੋੜ ਦੇ ਮੁਤਾਬਕ ਵਿਟਾਮਿਨਸ, ਮਿਨਰਲਸ ਸਭ ਚਾਹੀਦੇ ਨੇ। ਇਮਿਊਨਿਟੀ ਵਧਾਉਣ ਵਾਸਤੇ ਵੀ ਸਾਨੂੰ ਚਾਹੀਦੀਆਂ ਨੇ। ਖੀਰਾ ਹੈ ਜਿਸ ਤਰ੍ਹਾਂ ਇਮਿਊਨਿਟੀ ਵਾਸਤੇ ਚੰਗਾ ਹੈ, ਨਿੰਬੂ ਹੈ ਉਹ ਚੰਗਾ ਹੈ। ਇਹੋ ਜਿਹੀਆਂ ਚੀਜ਼ਾਂ ਮਤਲਬ ਤੁਸੀਂ ਥੋੜ੍ਹਾ ਬਹੁਤਾ ਆਪਣਾ ਸਟੱਡੀ ਕਰੋ, ਧਿਆਨ ਨਾਲ ਆਪਣੀ ਖੁਰਾਕ ਖਾਓ ਅਤੇ ਮੌਸਮ ਦੇ ਮੁਤਾਬਕ ਜਿਹੜੀਆਂ ਸਬਜ਼ੀਆਂ ਫਰੂਟਸ ਨੇ ਉਹ ਖਾਓ, ਤਾਂ ਸਾਡੀ ਡਾਇਟ ਸਹਿਜੇ ਹੀ ਬੈਲੈਂਸ ਹੋ ਸਕਦੀ ਹੈ। ਸੋ ਮੈਂ ਇਹ ਕੁਛ ਥੋੜ੍ਹੇ ਜਿਹੇ ਵਿਚਾਰ ਤੁਹਾਨੂੰ ਡੇ ਟੂ ਡੇ ਜੋ ਸਾਨੂੰ ਖਾਣਾ ਚਾਹੀਦਾ ਹੈ ਉਹਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੇਰਾ ਖਿਆਲ ਹੈ ਕਿ ਤੁਹਾਨੂੰ ਇਹਦੇ ਤੋਂ ਕੁਛ ਨਾ ਕੁਛ ਫਾਇਦਾ ਜ਼ਰੂਰ ਹੋਵੇਗਾ, ਅਤੇ ਮੈਂ ਹੁਣ ਇਸ ਲੜੀ ਨੂੰ ਅੱਗੇ ਤੋਰਾਂਗੀ ਅਤੇ ਮੈਂ ਹੌਲੀ ਹੌਲੀ ਤੁਹਾਨੂੰ ਜਿਸ ਤਰ੍ਹਾਂ ਥੋੜ੍ਹਾ ਹੁਣੇ ਸਿੰਪਲੀਫਾਈ ਤੁਹਾਨੂੰ ਬੇਸਿਕ ਨੌਲੇਜ ਦਿੱਤੀ ਹੈ ਡਾਇਟ ਦੀ, ਤਾਂ ਇਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਫੈਟਸ ਦੇ ਬਾਰੇ ਜਾਂ ਪ੍ਰੋਟੀਨਸ ਦੇ, ਕਾਰਬੋਹਾਈਡਰੇਟਸ ਦੇ ਬਾਰੇ ਥੋੜ੍ਹੀ ਜਿਹੀ ਡਿਟੇਲਡ ਨੌਲੇਜ ਦੇਣ ਦੀ ਕੋਸ਼ਿਸ਼ ਕਰਾਂਗੀ ਅਗਲੇ ਲੈਕਚਰ ਦੇ ਵਿੱਚ। ਆਸ ਕਰਦੀ ਹਾਂ ਕਿ ਤੁਸੀਂ ਇਸ ਤੋਂ ਕੁਛ ਨਾ ਕੁਛ ਜ਼ਰੂਰ ਫਾਇਦਾ ਉਠਾਓਗੇ ਅਤੇ ਭੁੱਲਾਂ ਚੁੱਕਾਂ ਦੀ ਖਿਮਾ। ਅਤੇ ਇੰਨਾ ਹੀ ਕਹਿੰਦੇ ਹੋਏ ਮੈਂ ਆਪ ਜੀ ਕੋਲੋਂ ਇਜਾਜ਼ਤ ਮੰਗਦੀ ਹਾਂ। ਸਤਿ ਸ੍ਰੀ ਅਕਾਲ।